आसा महला पंजवा। बाहर धोए अंतर मन मैला, दोई ठौरे अपने कोए। इहाँ काम क्रोध मोहे व्यापया, आगे मुस मुस रोय। गोविंद भजन की मत है होरा, वर्मी मारी साप न मरई। नाम ना सुनई डोरा रहा, माया के किरत छोड़ गवाई। भगति सार न जाने, वेद शास्त्रन को तर्कन लगा। तत् जोग ना पचन, उगर गया जैसा खोटा ढबुआ। नदर सरफ आया, अंतर जामी सब किछ जाने। उसते कहाँ छपाया, कूड़ कपट बंच निमनी अदा। बिनस गया तत्कल, सत 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 नानक कहिया। सत 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 नानक कहया, अपने हृदय देख समाल। सेवक सिख पूजन सवे आवे, सब गावे हर हर उत्तम बाणी। गाविया सुनिया तिनका हर थाए पावै। जिन सतगुर की आज्ञा सत सत कर मानी। ज़हरा ज़हूर हाजरा हजूर सर्व कला भरपूर समरथ गुरु। लोक प्रलोक दे रखियक भगत वशल ज्ञान दे सागर। गुरुआं दे गुरु, गुरुआं भगतां भट्टां सिखां दी अलाही बाणी। बाणी जोत रूप दे विच, चानन रूप दे विच धन धन श्री गुरु ग्रंथ साहिब जी महाराज। महाराज जी की पावन पवित्र गोद हजूरी दे विच गुरु शब्द दे नाल जुड़ बैठी देश प्रदेश जुड़ रही साध संगत। धनता दे योग वड़ भागे हाँ, गुरु साहब ने मेहर की है, दया की है। इस कलयुग दे विच वग रही तत्तियां हवावां दे विच सानू ਠਾਰਨ दे लई बाणी दित्ती है। इस कलयुग दे विच भटकदे होए भरम दे विच पए होए मनुख नूं भरम भुलेखे दे विचों कढण दे लई गुरु ने सानू गुरबाणी दी बख्शिश कीती है। संसार दे विच खप रहे, रो रहे परेशान बंदे नूं शांत करन दे लई बाणी ने अपना सहारा दिता है। एक अन्ने नूं रस्ता नहीं दिस रहा, उन्होंने रस्ता दिखाउण दे लई बाणी ने चानण कीता है। एक डिग गया सी, उन्होंने कोई चुक नहीं सी रहा, उन्होंने कोई उठा नहीं सी रहा।
ਉਹਨੂੰ ਚੁੱਕਣ ਦਾ, ਉਹਨੂੰ ਉਠਾਉਣ ਦਾ, ਡਿੱਗੇ ਨੂੰ ਰਾਹੇ ਪਾਉਣ ਦਾ ਇਹ ਕਾਰਜ ਗੁਰੂ ਨੇ ਕੀਤਾ, ਮਤਲਬ ਉਹ ਗੁਰਬਾਣੀ ਨੇ ਕੀਤਾ। ਜ਼ਿੰਦਗੀ ਦੇ ਵਿੱਚ ਖਾਮੋਸ਼ ਉਦਾਸ ਹੋ ਚੁੱਕੇ ਸਾਂ, ਸਾਨੂੰ ਬੋਲਣ ਦੀ ਜਾਚ ਸਿਖਾਈ, ਸਾਨੂੰ ਜੀਵਨ ਦੀ ਜਾਚ ਸਿਖਾਈ। ਇਹ ਸਭ ਕੁਝ ਸਾਨੂੰ ਗੁਰੂ ਨੇ ਜਾਂ ਬਾਣੀ ਨੇ ਸਭ ਕੁਝ ਸਿਖਾ ਦਿੱਤਾ ਹੈ। ਜਿਸ ਪਿੰਗਲੇ ਨੂੰ ਇੱਕ ਕਦਮ ਵੀ ਪੁੱਟਣਾ ਨਹੀਂ ਸੀ ਆਉਂਦਾ, ਉਹਨੂੰ ਪਰਬਤ 'ਤੇ ਚੜ੍ਹਾ ਦਿੱਤਾ। ਜਿਹੜੇ ਬੋਲੇ ਗੂੰਗੇ ਨੂੰ ਸੁਣਨਾ ਤੇ ਬੋਲਣਾ ਨਹੀਂ ਸੀ ਆਉਂਦਾ, ਉਹਨੂੰ ਬੋਲਣਾ ਤੇ ਸੁਣਨਾ ਲਾ ਦਿੱਤਾ। ਜਿਸ ਨੂੰ ਰੱਬ 'ਤੇ ਵਿਸ਼ਵਾਸ ਹੀ ਨਹੀਂ ਸੀ, ਉਸ ਨੂੰ ਵਿਸ਼ਵਾਸ ਕਰਨਾ ਸਿਖਾ ਦਿੱਤਾ। ਇਹ ਕਿਸ ਨੇ ਸਿਖਾਇਆ? ਗੁਰੂ ਸਾਹਿਬ ਨੇ ਜਾਂ ਗੁਰੂ ਸਾਹਿਬ ਦੀ ਬਾਣੀ ਨੇ। ਸੋ ਇਹਦਾ ਮਤਲਬ ਹੈ ਬਾਣੀ ਕਿੰਨੀ ਚੰਗੀ ਹੈ, ਬਾਣੀ ਕਿੰਨਾ ਭਲਾ ਕਰਦੀ ਹੈ। ਦੁਨਿਆਵੀ ਬੰਦਾ ਕਿਸੇ ਦਾ ਭਲਾ ਸਦਾ ਨਹੀਂ ਕਰ ਸਕਦਾ। ਦੁਨਿਆਵੀ ਬੰਦਾ ਕਿਸੇ ਨੂੰ ਮਿੱਠੇ ਬੋਲ ਸਦਾ ਨਹੀਂ ਬੋਲ ਸਕਦਾ। ਦੁਨਿਆਵੀ ਬੰਦਾ ਦੂਸਰੇ ਨੂੰ ਸ਼ਾਬਾਸ਼ ਸਦਾ ਨਹੀਂ ਦੇ ਸਕਦਾ। ਦੁਨਿਆਵੀ ਬੰਦਾ ਦੂਸਰੇ ਦੇ ਦੁੱਖਾਂ ਦੇ ਵਿੱਚ ਸਦਾ ਹਮਦਰਦੀ ਨਹੀਂ ਜਤਾ ਸਕਦਾ। ਦੁਨਿਆਵੀ ਬੰਦਾ ਪੈਸਿਆਂ ਦੇ ਨਾਲ ਰੋਜ਼ ਕਿਸੇ ਦੀ ਮਦਦ ਨਹੀਂ ਕਰ ਸਕਦਾ। ਦੁਨਿਆਵੀ ਬੰਦਾ ਰੋਜ਼ ਲੱਖਾਂ ਕਰੋੜਾਂ ਨੂੰ ਖਾਣਾ ਰੋਟੀ ਨਹੀਂ ਖਵਾ ਸਕਦਾ। ਪਰ ਇੱਕ ਹੈ ਜੋ ਸਭ ਕੁਛ ਹੀ ਕਰ ਰਿਹਾ, ਉਹ ਕੌਣ ਹੈ? ਪਰਮਾਤਮਾ। ਕੋਈ ਦੋਸਤ ਮਿੱਤਰ ਸਾਨੂੰ ਕੋਈ ਖਾਣਾ ਖਵਾ ਦੇਵੇ, ਕੋਈ ਪੀਜ਼ਾ ਖਵਾ ਦੇਵੇ, ਕੋਈ ਪਾਰਟੀ ਵਿੱਚ ਲੈ ਕੇ ਚਲਾ ਜਾਏ, ਅਸੀਂ ਉਸ ਨੂੰ ਯਾਦ ਰੱਖਦੇ ਹਾਂ, ਉਸ ਦਾ ਧੰਨਵਾਦ ਕਰਦੇ ਹਾਂ। ਉਸ ਨੇ ਮੈਨੂੰ 2 ਦਿਨ 4 ਦਿਨ 5 ਦਿਨ ਆਪਣੇ ਜੀਵ ਦੇ ਵਿੱਚੋਂ ਖਵਾਇਆ, ਉਹਦਾ ਅਸੀਂ ਥੈਂਕਸ ਕਰਦੇ ਹਾਂ, ਉਹਦਾ ਅਹਿਸਾਨ ਮੰਨਦੇ ਹਾਂ। ਜੋ ਮਾਲਕ ਜਦੋਂ ਦੇ ਅਸੀਂ ਪੈਦਾ ਹੋਏ ਹਾਂ ਉਦੋਂ ਦਾ ਹੀ ਸਾਨੂੰ ਦੇ ਰਿਹਾ, ਖਵਾ ਰਿਹਾ, ਸਾਡੀ ਪੋਕਟ ਭਰੀ ਰੱਖਦਾ, ਸਾਨੂੰ ਖੁਸ਼ ਰੱਖਦਾ ਹੈ, ਅਤੇ ਫਿਰ ਸਾਨੂੰ ਉਸ ਦਾ ਵੀ ਸ਼ੁਕਰਾਨਾ ਕਰਨਾ ਚਾਹੀਦਾ, ਜ਼ਿਆਦਾ ਕਰਨਾ ਚਾਹੀਦਾ, ਕਿਉਂਕਿ ਉਹ ਦੇ ਕੇ ਅਹਿਸਾਨ ਨਹੀਂ ਜਤਾਉਂਦਾ। ਦੁਨਿਆਵੀ ਬੰਦਾ ਜਿਹੜਾ ਹੈ ਉਹ ਦੇ ਕੇ ਅਹਿਸਾਨ ਕਰਦਾ, ਪਰ ਜੋ ਮਾਲਕ ਦਾ ਪਿਆਰਾ ਹੋਵੇਗਾ ਜਾਂ ਮਾਲਕ ਹੋਏਗਾ, ਉਹ ਦੇ ਕੇ ਕਿਸੇ ਨੂੰ ਅਹਿਸਾਨ ਨਹੀਂ ਕਹਿੰਦਾ ਤੈਨੂੰ ਮੈਂ ਅੱਜ ਦਿੱਤਾ, ਤੈਨੂੰ ਮੈਂ ਅੱਜ ਦਿੱਤਾ, ਨਹੀਂ। ਉਹ ਦੇ ਹੀ ਜਾਂਦਾ, ਲੋਕ ਲਈ ਜਾਂਦੇ ਨੇ। ਦਿੰਦਾ ਦੇ ਲੈਂਦੇ ਤੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਸੋ ਜਿਹੜਾ ਐਸਾ ਮਾਲਕ ਹੈ ਬਾਣੀ ਦੇ ਮੁਤਾਬਕ, ਸਾਨੂੰ ਉਸ ਨੂੰ ਮਿਲਣਾ ਚਾਹੀਦਾ, ਸਾਨੂੰ ਉਹਦੇ ਕੋਲ ਬਹਿਣਾ ਚਾਹੀਦਾ, ਉਹਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ, ਸਾਨੂੰ ਉਸ ਦੀ ਵਿਚਾਰਧਾਰਾ ਨੂੰ, ਉਸ ਦੀ ਸੋਚ ਨੂੰ ਆਪਣੇ ਜੀਵਨ ਦੇ ਵਿੱਚ, ਆਪਣੇ ਮਨ ਦੇ ਵਿੱਚ ਲਿਆਉਣਾ ਚਾਹੀਦਾ। ਸਾਨੂੰ ਆਪਣੇ ਗੁਰੂ ਦੀ ਗੱਲ ਇਸ ਕਰਕੇ ਮੰਨਣੀ ਚਾਹੀਦੀ ਹੈ, ਉਹ ਸਾਡਾ ਰਾਖਾ ਹੈ। ਬਾਣੀ ਵਿੱਚ ਲਿਖਿਆ, ਮੈਂ ਨਹੀਂ ਕਹਿੰਦਾ, ਤੂੰ ਮੇਰਾ ਰਾਖਾ ਸਭਨੀ ਥਾਈਂ। ਭੈਣ ਭਰਾ ਦੋਸਤ ਮਿੱਤਰ ਔਰਤ ਮਰਦ ਇਹ ਸਾਰੇ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਨੇ, ਸਾਥ ਛੱਡ ਜਾਂਦੇ ਨੇ, ਪਰ ਜਿਹੜਾ ਮਾਲਕ ਹੈ, ਜਦੋਂ ਅਸੀਂ ਇਕੱਲੇ ਵੀ ਰਹਿ ਜਾਵਾਂਗੇ ਜਾਂ ਰਹਿ ਗਏ, ਤੇ ਉਹ ਮਾਲਕ ਜਿਹੜਾ ਬਾਣੀ ਵਿੱਚ ਲਿਖਿਆ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਆ। ਮਾਲਕ ਜੋ ਹੈ ਉਹ ਜਿਹੜਾ ਸਾਡਾ ਸਹਾਈ ਹੁੰਦਾ ਔਰ ਸਾਡੀ ਹਰ ਵੇਲੇ ਮਦਦ ਕਰਨ ਦੇ ਲਈ ਉਹ ਕਾਹਲਾ ਰਹਿੰਦਾ ਹਮੇਸ਼ਾ। ਕਦੇ ਵੀ ਇਹ ਨਹੀਂ ਕਹਿੰਦਾ ਹੁਣ ਮੈਂ ਇਸ ਦੀ ਮਦਦ ਨਹੀਂ ਕਰਨੀ, ਹੁਣ ਇਸ ਨੂੰ ਬਹੁਤ ਮਿਲ ਗਿਆ। ਬਾਣੀ ਵਿੱਚ ਲਿਖ ਦਿੱਤਾ ਵੀ ਦਿੰਦਾ ਦਿਲ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਏ।
मालक इन्ना को दे दिंदा जां इन्ना को दे देगा, इंसान हैरान हो जाएगा भी मालक इन्ना टुट गया मेरे ते, इन्नी बख्शिश कर देती। कई बार ये भी मूँह निकलदा मैं इन्ने जोगा नहीं सी जिन्ने जोगा मैनू सतगुरु ने मालक ने बना दिता। इस करके मैं उसका जिन्ना भी शुकराना करा उन्ना ही शुकराना उसका थोड़ा। सो इसलिए असी रोज़ गुरु के कोल आउने आ जिन्हें सानू सब कुछ दिता है और बहुत कुछ देना है, बहुत कुछ दिता है तो बहुत कुछ देना, सानू उसका शुकराना जिहड़ा है वो जरूर करना चाहिए। सो जो गुरु की गोद विच बैठा है वो वडभागा है, जो गुरु के नाल होर किसी भी जगह पर जुड़िया वो भी वडभागा है। जिहड़ा गुरु के नाल जुड़न की कोशिश कर रहा है भी मैं अज गुरु कोलों जाना, मैं अज गुरु नूं अपनी गल दसनी है, मैं अज गुरु कोलों अपनी गल मनाउणी है। जिहदे नाल बहुत प्यार होवे ना उन्हों उहदे तो गल मना भी लई जाती है, पर प्यार होना चाहिए भी मैं गुरु कोल जाके अपनी गल कह के गुरु कोलों अपनी गल मनाउणी है। गुरु मन जाता है, गुरु बहुत दयालु है। इस करके असी गुरु की शरण दे विच आए हैं। आओ गुरु साहब तो प्राप्त करिए ज्ञान। अज दे लड़ीवार शब्द की जो विचार है, महाराज जी ने शब्द सानू सरवण करवाया है। धन धन गुरु अर्जन देव महाराज का शब्द है। इस शब्द दे विच बहुत प्यारे प्यारे प्रमाण ने, हर पंक्ति दे विच अलग अलग कई शब्द होंदे ने, उहदियां सारियां पंक्तियां विच इक्को ही विशा चलदा है। तो कई शब्द ऐसे होंदे ने हर पंक्ति दे विच विषय जिहड़े ने कई आ जांदे ने, बदलदे ने। अज दे शब्द विच अलग अलग विषय ने हर पंक्ति दे विच, जिवें महाराज जी मेहर करन सेवा लैन। आओ सरवण करते हैं। आसा महला पंजवां। बाहर धोए अंतर मल मैला, दोए ठौर अपने खोए। इत्थे गुरु साहब ने उन्हां दी गल कीती है जिहड़े अंदरों जिहड़े मैले ने, अंदरों जिहड़े मैले ने ते बाहरों जिहड़े निर्मल दिखदे ने, उन्हां दी गल कीती है। अंदरों झूठे पैज बाहर, दुनिया अंदर फैल, 8 60 तीरथ जे नहावे, उतरे ना ही महल। पहली पंक्ति विच गुरु साहब जी कहंदे ने जिहड़ा मनुख अपने बाहरले तन नूं नहा नहा के, इशनान करवा करवा के निर्मल करन दी सोच लाई बैठा भी ऐदां मैं साफ ते निर्मल हो गया, मैं इन्नियां जगह ते इशनान कर आया, मैं 5 तख्तां ते जा आया, मैं वो जगह भी जा आया, सारे जाके इशनान कर लिया। गुरु साहब जी कहंदे जिहड़ा बाहरों कल्ला इशनान करके जां नहा के ये दावा करदा भी मैं निर्मल हो गया, उन्होंने भुलेखा है। बाहरला इशनान भी चंगा है, उहदे तो ज़्यादा अंदरला इशनान चाहिए। गुरु साहब जी कहते हैं जेकर बाहर धोए अंतर मन मैला, दोए ठौर अपने खोए। जेकर उस इंसान का मन जिहड़ा मैला है तो बाहरों वो नहाउंदा है, बाहर कपड़े लीड़े भी चंगे पाउंदा है, बाहरों देखण नूं धर्मी लगदा है, बाहरों देखण नूं साध भी लगदा है, पर जे उहदे अंदर मैल है तो महाराज जी कहंदे वो जिहड़ा ना कोई साध ना गुरमुख, वो केवल मैल है। बाणी की पंक्ति है अंतर मैल जे तीर्थ नहावे तिसै बैकुंठ ना जाना। जिस दे अंदर मैल होवेगी वो भावें महाराज जी कहंदे तीर्थां ते जाए, भावें जिथे मर्जी जाए, जिहड़े मर्जी स्थान ते चला जाए। अंतर मैल जे तीर्थ नहावे तिसै बैकुंठ ना जाना। लोक पतीने कशु ना होवे ना ही राम इयाना। वो दुनिया नूं भुलेखे दे विच रख सकदा है
ਉਹ ਦੁਨੀਆ ਨੂੰ ਤੇ ਵਰਗਲਾ ਸਕਦਾ ਹੈ, ਦੁਨੀਆ ਨੂੰ ਤੇ ਉਹ ਧੋਖਾ ਦੇ ਸਕਦਾ, ਪਰ ਮਾਲਕ ਕੋਲੋਂ ਉਹ ਕੁਛ ਵੀ ਛੁਪਾ ਨਹੀਂ ਸਕਦਾ। ਸੋ ਗੁਰੂ ਸਾਹਿਬ ਜੀ ਪਹਿਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ, ਜਿਸ ਦਾ ਅੰਦਰ ਮੈਲਾ ਉਹ ਪ੍ਰਵਾਨ ਨਹੀਂ ਹੁੰਦਾ, ਉਹ ਲੋਕ ਤੇ ਪਰਲੋਕ ਦੋਵੇਂ ਹੀ ਗਵਾ ਲੈਂਦਾ। ਪਰ ਜਿਹਦਾ ਮਨ ਸਾਫ ਹੁੰਦਾ ਉਹ ਲੋਕ ਤੇ ਪਰਲੋਕ ਦੋਵੇਂ ਹੀ ਸਵਾਰ ਲੈਂਦਾ। ਬਾਣੀ ਵਿੱਚ ਫਰਮਾਨ ਹੈ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜਿਸ ਦੇ ਅੰਦਰ ਮੈਲ ਹੈ, ਮਨ ਮੈਲਾ ਹੈ, ਗੁਰੂ ਸਾਹਿਬ ਜੀ ਕਹਿੰਦੇ ਉਸਨੇ ਆਪਣਾ ਮੂਲ ਵੀ ਗਵਾ ਲਿਆ। ਜਿਹਦਾ ਮਨ ਅੰਦਰੋਂ ਸਾਫ ਹੈ ਤੇ ਉਸਨੇ ਆਪਣਾ ਲੋਕ ਤੇ ਪਰਲੋਕ ਦੋਵੇਂ ਹੀ ਸਵਾਰ ਲਏ। ਇਸ ਕਰਕੇ ਕੋਈ ਇਸ ਭੁਲੇਖੇ ਦੇ ਵਿੱਚ ਨਾ ਰਵੇ ਕਿ ਮੇਰੀ ਜਿਹੜੀ ਬਾਹਰਲੀ ਕਿਰਿਆ ਹੈ ਉਸ ਨੂੰ ਦੇਖ ਕੇ ਪਰਮੇਸ਼ਰ ਰੱਬ ਗੁਰੂ ਖੁਸ਼ ਹੋ ਜਾਂਦਾ। ਨਹੀਂ, ਬਾਹਰਲੇ ਕਰਮ ਕਾਂਡਾਂ ਨੂੰ ਦੇਖ ਕੇ ਗੁਰੂ ਖੁਸ਼ ਨਹੀਂ ਹੁੰਦਾ। ਅੰਦਰੋਂ ਕਿਸ ਭਾਵਨਾ ਦੇ ਨਾਲ ਕੋਈ ਕਰਮ ਕਰ ਰਿਹਾ ਉਸ ਨੂੰ ਗੁਰੂ ਦੇਖਦਾ ਹੈ। ਅਸੀਂ ਅੰਦਰੋਂ ਕੀ ਸੋਚਦੇ ਪਏ ਹਾਂ ਇਹ ਗੁਰੂ ਦੇਖਦਾ ਹੈ। ਮੂੰਹ ਤੇ ਅਸੀਂ ਕਿਸੇ ਨੂੰ ਮਿੱਠੇ ਬੋਲ ਬੋਲੀ ਜਾਈਏ, ਅੰਦਰੋਂ ਉਹਦੇ ਲਈ ਮਾੜਾ ਸੋਚੀਏ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਦਾ ਲੋਕ ਤੇ ਪਰਲੋਕ ਦੋਵੇਂ ਖਰਾਬ ਹੋ ਜਾਂਦੇ ਨੇ। ਧਿਆਨ ਦੇਣਾ, ਜਿਸ ਨੂੰ ਮੂੰਹ ਤੇ ਚੰਗਾ ਆਖੀਦਾ, ਜਿਸ ਨੂੰ ਮੂੰਹ ਤੇ ਚੰਗਾ ਆਖੀਦਾ ਉਹਨੂੰ ਪਿੱਠ ਪਿੱਛੇ ਵੀ ਚੰਗਾ ਆਖੀਦਾ। ਜਿਹੜਾ ਬੰਦਾ ਕਿਸੇ ਨੂੰ ਮੂੰਹ ਤੇ ਚੰਗਾ ਕਹਿੰਦਾ ਤੇ ਪਿੱਠ ਪਿੱਛੇ ਉਹਦੀ ਨਿੰਦਿਆ ਕਰਦਾ, ਉਹਦੇ ਲੋਕ ਤੇ ਪਰਲੋਕ ਮਹਾਰਾਜ ਜੀ ਕਹਿੰਦੇ ਚਲੇ ਗਏ, ਗਵਾਚ ਗਏ। ਉਹਦੇ ਲੋਕ ਤੇ ਪਰਲੋਕ ਖਰਾਬ ਹੋ ਜਾਂਦੇ ਨੇ। ਕਦੇ ਵੀ ਕਿਸੇ ਦੀ ਪਿੱਠ ਪਿੱਛੇ ਉਸ ਨੂੰ ਬੁਰਾ ਨਹੀਂ ਕਹੀਦਾ। ਜੇ ਕਿਸੇ ਦੇ ਵਿੱਚ ਕੋਈ ਨੁਕਸ ਹੈ ਉਸ ਨੂੰ ਸਾਹਮਣੇ ਕਹੀਦਾ, ਹੱਥ ਜੋੜ ਕੇ ਕਹੀਦਾ। ਤੇ ਜੇ ਕੋਈ ਸਾਹਮਣੇ ਮੂੰਹ ਤੇ ਕਿਸੇ ਦੀ ਸਿਫਤ ਕਰੀ ਜਾਵੇ ਤੇ ਜਦੋਂ ਉਹ ਇਨਸਾਨ ਚਲਾ ਜਾਏ ਤੇ ਉਸ ਦੀ ਨਿੰਦਿਆ ਕਰੀ ਜਾਵੇ ਜਾਂ ਉਸ ਨੂੰ ਮਾੜਾ ਬੋਲੀ ਜਾਵੇ, ਮਹਾਰਾਜ ਜੀ ਕਹਿੰਦੇ ਉਹ ਮੈਲਾ ਹੈ। ਉਹ ਇਨਸਾਨ ਜਿਹੜਾ ਨਫ਼ਰਤੀ ਹੈ, ਉਹ ਰਖਾਲੂ ਹੈ। ਧਿਆਨ ਦੇਣਾ, ਜਿਹੜਾ ਸਾਡੇ ਮੂੰਹ ਦੇ ਉੱਪਰ ਸਾਡੀ ਬੜੀ ਸਿਫਤ ਕਰਦਾ, ਤੁਸੀਂ ਬਹੁਤ ਚੰਗੇ ਹੋ, ਪਰ ਜਦੋਂ ਪਿੱਠ ਪਿੱਛੇ ਹੁੰਦਾ ਤੇ ਉਸ ਦੀ ਬੁਰਿਆਈ ਕਰਦਾ, ਨਿੰਦਿਆ ਕਰਦਾ, ਉਹਨੂੰ ਮਹਾਰਾਜ ਜੀ ਕਹਿੰਦੇ ਇਹ ਬੰਦਾ ਧੋਖੇਬਾਜ਼, ਫਰੇਬੀ, ਮੈਲਾ। ਤੇ ਇਸ ਸੰਸਾਰ ਦੇ ਉੱਪਰ ਉਹ ਕਦੇ ਵੀ ਵਿਸ਼ਵਾਸ ਪ੍ਰਾਪਤ ਨਹੀਂ ਕਰਦਾ, ਕਿਉਂਕਿ ਜਦੋਂ ਇਸ ਤਰ੍ਹਾਂ ਦੇ ਧੋਖੇਬਾਜ਼ ਬੰਦੇ ਦਾ ਪਤਾ ਲੱਗ ਜਾਂਦਾ ਹੈ ਤੇ ਕੋਈ ਵੀ ਇਨਸਾਨ ਉਸ 'ਤੇ ਵਿਸ਼ਵਾਸ ਨਹੀਂ ਕਰਦਾ। ਜਦੋਂ ਪਤਾ ਲੱਗ ਜਾਏ ਵੀ ਇਹ ਅੰਦਰੋਂ ਹੋਰ ਹੈ ਤੇ ਬਾਹਰੋਂ ਹੋਰ ਹੈ, ਲੋਕ ਇੱਕ ਇੱਕ ਕਰਕੇ ਉਸ ਤੋਂ ਪਿੱਛੇ ਹੋਣਾ ਸ਼ੁਰੂ ਹੋ ਜਾਂਦੇ ਨੇ, ਵਿਸ਼ਵਾਸ ਨਹੀਂ ਕਰਦੇ। ਸੋ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਬਾਹਰ ਧੋਏ ਅੰਤਰ ਮਨ ਮੈਲਾ। ਬਾਹਰ ਦੇ ਤਨ ਨੂੰ ਧੋ ਧੋ ਕੇ ਚਿੱਟਾ ਕਰ ਲਿਆ, ਸਾਫ਼ ਕਰ ਲਿਆ, ਅੰਤਰ ਮਨ ਮੈਲਾ, ਪਰ ਅੰਦਰ ਮੈਲ ਰਹੀ ਈਰਖਾ ਦੀ, ਨਫ਼ਰਤ ਦੀ, ਵਿਕਾਰਾਂ ਦੀ। ਤੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਨੇ ਆਪਣੇ ਲੋਕ ਤੇ ਪਰਲੋਕ ਗਵਾ ਲਏ, ਖੋਹ ਲਏ। ਇਹਾਂ ਕਾਮ ਕ੍ਰੋਧ ਮੋਹ ਵਿਆਪਿਆ, ਆਗੇ ਮੁਸ ਮੁਸ ਰੋਏ। ਕਹਿੰਦੇ ਇਸ ਲੋਕ ਦੇ ਵਿੱਚ ਉਹਨਾਂ ਨੇ ਆਪਣਾ ਜਨਮ ਜਿਹੜਾ ਹੈ ਨਾ ਕਾਮ ਵਾਸ਼ਨਾ, ਕ੍ਰੋਧ ਵਿੱਚ ਤੇ ਵਿਕਾਰਾਂ ਦੇ ਵਿੱਚ, ਮੋਹ ਮਾਇਆ ਦੇ ਰਸਾਂ ਦੇ ਵਿੱਚ ਆਪਣਾ ਜਨਮ ਜਿਹੜਾ ਹੈ ਉਹ ਗਵਾ ਲਿਆ। ਜਦੋਂ ਕਿਸੇ ਦੀ ਕੋਈ ਚੀਜ਼ ਮਹਿੰਗੀ ਗਵਾਚ ਜਾਂਦੀ ਹੈ, ਬਾਣੀ ਵਿੱਚ ਲਿਖਿਆ ਤਦੋਂ ਉਹ ਬੰਦਾ ਰੋਣਾ ਸ਼ੁਰੂ ਕਰਦਾ ਹੈ। ਮਾਇਆ ਗਈ ਤਬ ਰੋਵਨ ਲਗਤ ਹੈ। ਮਾਇਆ ਦਾ ਮਤਲਬ ਇਕੱਲਾ ਪੈਸਾ ਨਹੀਂ। ਜਿਸ ਚੀਜ਼ ਨੂੰ ਬੰਦਾ ਬਹੁਤ ਪਿਆਰ ਕਰਦਾ ਹੈ ਉਹ ਚੀਜ਼ ਚਲੀ ਜਾਏ, ਜਿਸ ਰਿਸ਼ਤੇ ਨੂੰ ਬਹੁਤ ਪਿਆਰ ਕਰਦਾ ਹੈ ਉਹ ਰਿਸ਼ਤਾ ਟੁੱਟ ਜਾਏ, ਜਿਸ ਨੂੰ ਬਹੁਤ ਚਾਹੁੰਦਾ ਹੈ ਤੇ ਉਹਦੇ ਧੋਖੇ ਬਾਰੇ ਪਤਾ ਲੱਗ ਜਾਏ ਤੇ ਮਨ ਬੜਾ ਪਰੇਸ਼ਾਨ ਤੇ ਕਲੇਸ਼ ਵਿੱਚ ਆਉਂਦਾ ਹੈ। ਸੋ ਗੁਰੂ ਸਾਹਿਬ ਜੀ ਕਹਿੰਦੇ ਇਹ ਮਨੁੱਖ ਇਸ ਸੰਸਾਰ ਦੇ ਵਿੱਚ ਇਹਾਂ
ਕਾਮ ਕ੍ਰੋਧ ਮੋਹ ਵਿਆਪਿਆ ਆਗੇ ਮੁਸ ਮੁਸ ਰੋਏ। ਜਿਸ ਨੇ ਇਹ ਜਨਮ ਵਾਸ਼ਨਾ ਦੇ ਵਿੱਚ, ਮੋਹ ਦੇ ਵਿੱਚ, ਧੋਖੇ ਦੇ ਵਿੱਚ ਗੁਜ਼ਾਰ ਦਿੱਤਾ, ਮਹਾਰਾਜ ਜੀ ਕਹਿੰਦੇ ਉਹ ਪਰਲੋਕ ਦੇ ਵਿੱਚ ਜਾ ਕੇ ਹਟਕੋਰੇ ਲੈ ਕੇ ਰੋਂਦੇ ਹਨ, ਜਾਂ ਹੌਕਾ ਲੈ ਕੇ ਰੋਂਦੇ ਹਨ, ਜਾਂ ਡੁਸਕ ਡੁਸਕ ਲਿਖਿਆ ਲੈ ਕੇ ਰੋਂਦੇ ਹਨ। ਮਤਲਬ ਪਾਤਸ਼ਾਹ ਜੀ ਕਹਿੰਦੇ ਜਿਹੜੇ ਇਸ ਸੰਸਾਰ ਦੇ ਵਿੱਚ ਮਾਇਆ ਅਧੀਨ ਹੋ ਕੇ ਆਪਣਾ ਜੀਵਨ ਸਾਰਾ ਖਰਾਬ ਕਰ ਲੈਂਦੇ ਨੇ, ਉਹ ਫਿਰ ਪਰਲੋਕ ਦੇ ਵਿੱਚ ਹਟਕੋਰੇ ਲੈਂਦੇ ਹਨ, ਧਾਹਾਂ ਮਾਰ ਮਾਰ ਕੇ ਰੋਂਦੇ ਹਨ ਵੀ ਇਹ ਕੀ ਹੋ ਗਿਆ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਜਦੋਂ ਕਈ ਵਾਰ ਬਹੁਤ ਵੱਡਾ ਨੁਕਸਾਨ ਹੋ ਜਾਂਦਾ, ਕਿਸੇ ਬੰਦੇ ਨੂੰ ਪਤਾ ਲੱਗੇ ਇਹ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ, ਉਹ ਕਈ ਵਾਰ ਦੋ ਹੱਥੜਾ ਮਾਰਦਾ, ਕਈ ਵਾਰ ਹੱਥ ਵੀ ਭੰਨ ਲੈਂਦਾ, ਇਹ ਮੇਰੇ ਕੋਲੋਂ ਕੀ ਹੋ ਗਿਆ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਜਦੋਂ ਮਨੁੱਖ ਜਨਮ ਗਵਾ ਲੈਂਦਾ, ਫਿਰ ਪਰਲੋਕ ਵਿੱਚ ਜਾ ਕੇ ਉਸ ਨੂੰ ਹਟਕੋਰੇ ਲੈ ਲੈ ਕੇ ਰੋਣਾ ਪੈਂਦਾ, ਉਹਨੂੰ ਪਛਤਾਵਾ ਹੁੰਦਾ। ਤੇ ਕਹਿੰਦੇ ਫਿਰ ਪਛਤਾਵੇ ਦਾ ਕੋਈ ਫਾਇਦਾ ਨਹੀਂ, ਜਦੋਂ ਜੋਬਨ ਵੀ ਲੰਘ ਗਿਆ, ਬਾਲਪਨ ਵੀ ਗੁਜ਼ਰ ਗਿਆ, ਬੁਢੇਪਾ ਵੀ ਗੁਜ਼ਰ ਗਿਆ, ਫਿਰ ਕੋਈ ਆਪਸ਼ਨ ਨਹੀਂ ਹੈ, ਫਿਰ ਕੋਈ ਮੌਕਾ ਨਹੀਂ ਹੈ, ਫਿਰ ਤੇ ਲਿਖਾ ਹੀ ਲਿਖਾ ਹੈ। ਸਾਰਿਆਂ ਨੂੰ ਜ਼ਿੰਦਗੀ ਵਿੱਚ ਜੇ ਸਮਾਂ ਨਾ ਮਿਲੇ, ਜੇ ਬਜ਼ੁਰਗ ਅਵਸਥਾ ਵਿੱਚ ਵੀ ਸਮਾਂ ਉਹ ਸਫਲ ਕਰ ਲਏ ਤੇ ਉਹਦਾ ਸਭ ਕੁਝ ਕੱਟਿਆ ਜਾਂਦਾ ਹੈ। ਜੇ ਕਿਸੇ ਨੇ ਆਪਣੇ ਬਚਪਨ ਵਿੱਚ, ਆਪਣੀ ਚੜ੍ਹਦੀ ਜਵਾਨੀ ਵਿੱਚ, ਆਪਣੀ ਢਹਿੰਦੀ ਜਵਾਨੀ ਵਿੱਚ, ਜਾਂ ਆਪਣੀ ਜੀਵਨ ਸਾਰਾ ਬੀਤ ਗਿਆ, ਕੁਛ ਨਹੀਂ ਕੀਤਾ, ਪਰ ਅਜੇ ਤੱਕ ਜਿਉਂਦਾ ਹੈ ਬੰਦਾ ਉਹ, ਤੇ ਉਹ ਅੱਜ ਹੀ ਮਹਾਰਾਜ ਜੀ ਕਹਿੰਦੇ ਜੁੜ ਜਾਏ, ਉਹਦਾ ਪਿਛਲਾ ਹਿਸਾਬ ਕਿਤਾਬ ਸਾਰਾ ਕਲੀਅਰ ਉਹਦਾ ਕੱਟਿਆ ਜਾ ਸਕਦਾ ਇਸ ਸਰੀਰ ਦੇ ਵਿੱਚ ਪ੍ਰਾਣ ਰਹਿੰਦਿਆਂ। ਜੇ ਪ੍ਰਾਣ ਨਿਕਲ ਗਏ ਫਿਰ ਹਿਸਾਬ ਕਿਤਾਬ ਦੇ ਚੱਕਰ ਵਿੱਚ ਪੈ ਜਾਣਾ। ਸੋ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਆ, ਜਿਹੜਾ ਇਸ ਸੰਸਾਰ ਦੇ ਵਿੱਚ ਮਾਇਆ ਵਿੱਚ ਲੱਗ ਕੇ ਆਪਣਾ ਜੀਵਨ ਖਰਾਬ ਕਰਦਾ ਹੈ, ਉਹਨੂੰ ਪਰਲੋਕ ਦੇ ਵਿੱਚ ਜਾ ਕੇ ਰੋਣਾ ਪੈਂਦਾ, ਹਟਕੋਰੇ ਲੈ ਕੇ, ਹੌਕੇ ਲੈ ਕੇ, ਕਿਉਂਕਿ ਨੁਕਸਾਨ ਕਰ ਲਿਆ, ਇਹ ਜੀਵਨ ਜਿਹੜਾ ਖਰਾਬ ਕਰ ਲਿਆ। ਸਭ ਤੋਂ ਕੀਮਤੀ ਸੀ ਮਨੁੱਖ ਦਾ ਜੀਵਨ। ਜੇ ਕਿਸੇ ਦਾ ਧਨ ਗਵਾਚ ਜਾਏ ਬਹੁਤਾ ਨੁਕਸਾਨ ਨਹੀਂ ਹੁੰਦਾ, ਧਿਆਨ ਦੇਣਾ। ਧਨ ਕਿੱਧਰੇ ਕੋਈ ਲੁੱਟ ਕੇ ਲੈ ਜਾਏ ਤੇ ਬੰਦਾ ਮਰਦਾ ਨਹੀਂ, ਨੁਕਸਾਨ ਨਹੀਂ ਹੁੰਦਾ। ਜੇ ਕੋਈ ਸਾਨੂੰ ਛੱਡ ਕੇ ਵੀ ਚਲਾ ਜਾਏ ਇੰਨਾ ਨੁਕਸਾਨ ਨਹੀਂ ਹੁੰਦਾ। ਜੇ ਕਿਸੇ ਦਾ ਸਰੀਰ ਰੋਗੀ ਹੋ ਜਾਏ, ਸਰੀਰ ਖਰਾਬ ਹੋ ਜਾਏ, ਤੇ ਸਰੀਰ ਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਹੈਲਥ ਇਜ਼ ਵੈਲਥ। ਜੇ ਕਿਸੇ ਦਾ ਸਰੀਰ ਠੀਕ ਨਾ ਰਿਹਾ, ਸਰੀਰ ਖਰਾਬ ਹੋ ਗਿਆ, ਤੇ ਫਿਰ ਉਸ ਦਾ ਸਭ ਕੁਛ ਹੀ ਖਰਾਬ। ਨਾ ਉਹਦਾ ਪੈਸਾ ਉਸ ਦੇ ਕੰਮ ਦਾ, ਨਾ 4 3 2 ਮੰਜ਼ਲੀ ਕੋਠੀ ਉਹਦੇ ਕੰਮ ਦੀ, ਨਾ ਘਰ ਦੇ ਵਿੱਚ ਖੜੀਆਂ ਕਰੋੜਾਂ ਦੀਆਂ ਗੱਡੀਆਂ ਕੰਮ ਦੀਆਂ, ਨਾ ਬੈਂਕਾਂ ਵਿੱਚ ਫਿਕਸ ਡਿਪੋਜ਼ਿਟ ਕੀਤੇ, ਨਾ ਉਹ ਕੰਮ ਦੇ, ਕਿਸੇ ਕੰਮ ਦੇ ਨਹੀਂ। ਇਸ ਕਰਕੇ ਜਿਹੜੀ ਆਪਣੀ ਜਿੰਦ ਹੈ, ਜਿਹੜਾ ਆਪਣਾ ਸਰੀਰ ਹੈ, ਇਸ ਨੂੰ ਮਹਾਰਾਜ ਜੀ ਕਹਿੰਦੇ ਬਹੁਤ ਖਿਆਲ ਤੇ ਧਿਆਨ ਨਾਲ ਇਹਨੂੰ ਪਾਲਣਾ, ਇਹਦਾ ਖਿਆਲ ਰੱਖਣਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਤੇਰਾ ਜਨਮ ਬਹੁਤ ਕੀਮਤੀ ਹੈ, ਆਪਣੇ ਸਰੀਰ ਨੂੰ ਤੇ ਮਨ ਨੂੰ ਸੋਹਣਾ ਬਣਾ ਕੇ ਰੱਖਣਾ। ਸਰੀਰ ਨੂੰ ਵੀ ਤੰਦਰੁਸਤ ਰੱਖਣਾ। ਸੋਹਣੇ ਦਾ ਮਤਲਬ ਇਹ ਨਹੀਂ ਵੀ ਮਹਿੰਗੇ ਮਹਿੰਗੇ ਹੁਣ ਕੋਈ ਕੱਪੜੇ ਖਰੀਦਣ ਲੱਗ ਜਾਵੇ। ਲੋਕੀ ਦੂਜੇ ਪਾਸੇ ਵੀ ਗੱਲ ਲੈ ਜਾਂਦੇ ਵੀ ਭਾਈ ਸਾਹਿਬ ਨੇ ਤਾਂ ਇਹ ਕਿਹਾ ਸੀ। ਸੋਹਣੇ ਬਣਾਉਣ ਦਾ ਮਤਲਬ ਹੈ ਆਪਣੇ ਸਰੀਰ ਨੂੰ ਚੰਗੀ ਖੁਰਾਕ ਦੇ ਕੇ ਤੰਦਰੁਸਤ ਰੱਖਣਾ। ਕੱਪੜੇ ਭਾਵੇਂ ਕੋਈ 200 ਦਾ ਸੂਟ ਪਾ ਲੇ, ਕੋਈ ਗੱਲ ਨਹੀਂ, ਗੁਜ਼ਾਰੇ ਹੋ ਜਾਂਦੇ ਨੇ। ਕੋਈ ਨੋਰਮਲ ਖਾ ਲੇ, ਨਾ ਕੋਈ ਬਹੁਤੀਆਂ ਮਹਿੰਗੀਆਂ ਚੀਜ਼ਾਂ ਖਾਏ, ਤੇ ਗੁਜ਼ਾਰਾ ਹੋ ਜਾਂਦਾ। ਪਰ ਆਪਣੀ ਕਾਇਆ ਨੂੰ, ਆਪਣੀ ਸਿਹਤ ਨੂੰ ਬੈਲੈਂਸ ਦੇ ਵਿੱਚ ਰੱਖਣਾ ਤਾਂ ਜੋ ਸਾਰਾ ਕੁਝ ਹੋ ਜਾਏ, ਆਪਣੇ ਸਾਰੇ ਫਰਜ਼ ਨਿਭਾਉਂਦੇ ਜਾਈਏ। ਸੋ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਬਹੁਤ ਸੋਹਣੇ ਵਿਚਾਰ ਦੇ ਰਹੇ ਨੇ। ਪਰਲੋਕ ਦੇ ਵਿੱਚ ਜਾ ਕੇ ਤੈਨੂੰ ਰੋਣਾ ਨਾ ਪਏ ਹੌਕੇ ਲੈ ਕੇ। ਇਸ ਕਰਕੇ ਸੁਣ, ਗੋਬਿੰਦ ਭਜਨ ਕੀ ਮੱਤ ਹੈ ਹੋਰਾ। ਗੁਰੂ ਸਾਹਿਬ ਜੀ ਕਹਿੰਦੇ ਨੇ ਅਕਲਾਂ ਮਨੁੱਖ ਦੇ ਕੋਲ ਬਹੁਤ ਨੇ,
ਕਹਿੰਦਾ ਮੈਨੂੰ ਇਸ ਚੀਜ਼ ਦੀ ਵੀ ਅਕਲ ਹੈ। ਅਕਲ ਲਿਖਿਆ, ਮਤ ਦਾ ਮਤਲਬ ਅਕਲ। ਮੈਨੂੰ ਇਸ ਚੀਜ਼ ਦੀ ਵੀ ਅਕਲ ਹੈ। ਜਿਵੇਂ ਕਹਿੰਦੇ ਨੇ ਤੈਨੂੰ ਬੋਲਣ ਦੀ ਅਕਲ ਨਹੀਂ, ਬੋਲਣ ਦੀ ਅਕਲ ਹੋਵੇ। ਤੈਨੂੰ ਵਰਤਣ ਦੀ ਅਕਲ ਨਹੀਂ, ਇਹ ਵਰਤਣ ਦੀ ਅਕਲ ਹੋਵੇ। ਤੈਨੂੰ ਕਿਸੇ ਦੇ ਕੋਲ ਖਲੋਣ ਬਹਿਣ ਦੀ ਅਕਲ ਨਹੀਂ। ਅਕਲਾਂ ਕਈ ਤਰ੍ਹਾਂ ਦੀਆਂ ਹੋ ਗਈਆਂ ਨਾ। ਇੱਥੇ ਗੁਰੂ ਸਾਹਿਬ ਜੀ ਵੀ ਇੱਕ ਅਕਲ ਦੀ ਗੱਲ ਕਰ ਰਹੇ ਨੇ। ਕਹਿੰਦੇ ਇੱਕ ਰੱਬ ਨੂੰ ਯਾਦ ਕਰਨ ਵਾਲੀ ਵੀ ਇੱਕ ਅਕਲ ਹੁੰਦੀ ਹੈ, ਇਹ ਸਾਰਿਆਂ ਕੋਲ ਨਹੀਂ ਹੁੰਦੀ। ਜੇ ਬਾਕੀ ਕੰਮਾਂ ਦੇ ਵਿੱਚ ਅਕਲ ਦੀ ਜ਼ਰੂਰਤ ਪੈਂਦੀ ਹੈ, ਘਰ ਨੂੰ ਸੰਭਾਲਣ ਦੇ ਲਈ ਚੰਗੀ ਅਕਲ ਦੀ ਜ਼ਰੂਰਤ ਹੈ, ਲੋਕਾਂ ਦੇ ਨਾਲ ਸਮਾਜ ਵਿੱਚ ਵਿਚਰਨ ਦੇ ਲਈ ਅਕਲ ਦੀ ਜ਼ਰੂਰਤ ਹੈ, ਅਤੇ ਜਿਹੜਾ ਐਡਾ ਵੱਡਾ ਗੁਰੂ ਹੈ ਉਹਦੇ ਨਾਲ ਪਿਆਰ ਕਰਨ ਦੀ, ਉਹਦੇ ਨਾਲ ਜੁੜਨ ਦੀ, ਉਹਦੇ ਨਾਲ ਸਾਂਝ ਪਾਉਣ ਦੀ ਵੀ ਮਹਾਰਾਜ ਜੀ ਕਹਿੰਦੇ ਇੱਕ ਅਕਲ ਹੁੰਦੀ ਹੈ। ਗੋਬਿੰਦ ਭਜਨ ਕੀ ਮਤ ਹੈ ਹੋਰਾ। ਗੁਰੂ ਦੇ ਭਜਨ ਦੀ ਜਿਹੜੀ ਅਕਲ ਹੈ ਉਹ ਵੀ ਇੱਕ ਹੋਰ ਤਰ੍ਹਾਂ ਦੀ ਹੁੰਦੀ ਹੈ, ਉਹ ਵੀ ਇੱਕ ਵੱਖਰੀ ਹੁੰਦੀ ਹੈ। ਸੋ ਇਸ ਕਰਕੇ ਇਹ ਅਕਲ ਵੀ ਮਨੁੱਖ ਨੂੰ ਆਉਣੀ ਚਾਹੀਦੀ ਹੈ। ਗੋਬਿੰਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਪ ਨਾ ਮਰਈ, ਨਾਮ ਨਾ ਸੁਣੀ ਡੋਰਾ। ਵਰਮੀ ਖੁੱਡ ਨੂੰ ਕਹਿੰਦੇ ਨੇ, ਕੋਈ ਡੁੱਡ ਕਹਿ ਦਿੰਦਾ, ਕੋਈ ਖੁੱਡ ਕਹਿ ਦਿੰਦਾ, ਕੋਈ ਆਪਣੇ ਇਲਾਕੇ ਦੀ ਬੋਲੀ ਵਿੱਚ ਕੁਝ ਕਹਿ ਦਿੰਦਾ, ਅਸੀਂ ਖੁੱਡ ਵੀ ਕਹਿ ਦਿੰਦੇ ਹਾਂ। ਜਿਹੜੀ ਖੁੱਡ ਦੇ ਵਿੱਚ, ਵਰਮੀ ਦੇ ਵਿੱਚ ਸੱਪ ਵੜਿਆ ਹੁੰਦਾ। ਗੁਰੂ ਸਾਹਿਬ ਜੀ ਕਹਿੰਦੇ ਜੇ ਕੋਈ ਸੱਪ ਨੂੰ ਮਾਰਨ ਦੀ ਜਗ੍ਹਾ ਉਹਦੀ ਖੁੱਡ ਨੂੰ ਹੀ ਕੁੱਟੀ ਜਾਏ, ਉਹਦੀ ਵਰਮੀ ਨੂੰ ਹੀ ਢਾਹ ਦੇਵੇ, ਮਾਰ ਦੇਵੇ, ਖਤਮ ਕਰ ਦੇਵੇ, ਅਤੇ ਸੱਪ ਤਾਂ ਪਤਾ ਨਹੀਂ ਕਿੱਧਰ ਦਾ ਕਿੱਧਰ ਨਿਕਲ ਜਾਂਦਾ। ਵਰਮੀ ਮਾਰੀ ਸਾਪ ਨਾ ਮੂਆ, ਅਤੇ ਸੱਪ ਤਾਂ ਮਰਿਆ ਹੀ ਨਹੀਂ। ਖੁੱਡ ਨੂੰ ਬੰਦ ਕਰ ਦਿਓ, ਕੋਈ ਗੱਲ ਨਹੀਂ, ਉਹ 'ਚ ਪਾਣੀ ਪਾ ਦਿਓ, ਕੋਈ ਗੱਲ ਨਹੀਂ, ਉਹਨੂੰ ਮਿੱਟੀ ਦੇ ਵਿੱਚ ਮਿੱਟੀ ਕਰ ਦਿਓ, ਉਹਦੀ ਕੋਈ ਬਹੁਤਾ ਨੁਕਸਾਨ ਨਹੀਂ। ਜੇ ਉਹਦੇ ਵਿੱਚ ਵੜਿਆ ਸੱਪ ਨਾ ਮਰਿਆ ਅਤੇ ਵਰਮੀ ਮਾਰਨ ਦੇ ਨਾਲ ਕੀ ਬਣੇਗਾ। ਸੋ ਗੁਰੂ ਸਾਹਿਬ ਜੀ ਕਹਿੰਦੇ ਧਿਆਨ ਦੇਈ, ਹੁਣ ਗੱਲ ਕਿਹੜੀ ਕਹਿਣ ਲੱਗੇ ਨੇ। ਕਹਿੰਦੇ ਤੂੰ ਬਾਹਰੋਂ ਧਰਮੀ ਦਿਸਿਆ, ਧਰਮੀਆਂ ਵਾਲੇ ਕੱਪੜੇ ਪਾਏ, ਠੀਕ ਹੈ, ਤੂੰ ਬਾਹਰੋਂ ਮੱਥੇ ਵੀ ਟੇਕੇ, ਤੂੰ ਕਥਾ ਵੀ ਸੁਣਾਈ, ਕਥਾ ਵੀ ਸੁਣੀ, ਕੀਰਤਨ ਵੀ ਕੀਤਾ, ਕੀਰਤਨ ਵੀ ਸੁਣਿਆ, ਸੁਖਣੀ ਸਾਹਿਬ ਆਸਾ ਦੀਆਂ ਵਾਰਾਂ ਵੀ ਲਾਈਆਂ ਜਾਂ ਸੁਣੀਆਂ, ਅਤੇ ਜੇ ਅੰਦਰਲੇ ਵਿਕਾਰ ਜਾਂ ਅੰਦਰਲਾ ਭੈੜਾ ਮਨ ਹੀ ਨਾ ਮਰਿਆ, ਜਾਂ ਅੰਦਰੋਂ ਇਹ ਵੀ ਕਹਿ ਲਈਏ ਨਫ਼ਰਤ ਨਾ ਤੇਰੀ ਮਰੀ, ਦੂਜੇ ਨਾਲ ਜਿਹੜੀ ਈਰਖਾ ਕਰਦਾ ਇਹ ਨਾ ਮਰੀ, ਅਤੇ ਫਿਰ ਤੇਰਾ ਇਹ ਸਭ ਕੁਝ ਬਾਹਰੀ ਕਰਮ ਕਾਂਡ ਕਰਨ ਦਾ ਕੋਈ ਫਾਇਦਾ ਨਹੀਂ, ਬਾਹਰੋਂ ਧਰਮੀ ਬਣਨ ਦਾ ਕੋਈ ਫਾਇਦਾ ਨਹੀਂ। ਧਰਮੀ ਅੰਦਰੋਂ ਬਣਨਾ ਸੀ, ਅੰਦਰੋਂ ਮਾਰ ਮਕਾਉਣਾ ਸੀ। ਕਿਹਨੂੰ? ਦੁਬਿਧਾ ਨੂੰ, ਭਰਮ ਨੂੰ, ਕਲੇਸ਼ ਨੂੰ, ਈਰਖਾ ਨੂੰ, ਚੁਗਲੀ ਨੂੰ, ਨਿੰਦਿਆ ਨੂੰ, ਫਰੇਬ ਨੂੰ, ਧੋਖੇ ਨੂੰ, ਭਰਮ ਨੂੰ, ਇਹ ਸਾਰੀਆਂ ਚੀਜ਼ਾਂ ਨੂੰ ਮਾਰਨਾ ਸੀ। ਇਹ ਮਰੀਆਂ ਨਹੀਂ, ਅਤੇ ਬਾਹਰੋਂ ਮਨੁੱਖ ਸਭ ਕੁਝ ਕਰਦਾ ਰਿਹਾ, ਅਤੇ ਉਹ ਅੰਦਰ ਫਿਰ ਉੱਦਾਂ ਹੀ ਸ਼ੇਰ ਬਣ ਕੇ ਬਣੀਆਂ ਰਹੀਆਂ ਉਹ ਮਾੜੀਆਂ ਚੀਜ਼ਾਂ। ਅਤੇ ਫਿਰ ਇਹਨੇ ਧਰਮੀ ਕੀ ਬਣਨਾ ਸੀ? ਕੁਕਰਮੀ ਬਣ ਗਿਆ, ਕੁਕਰਮੀ। ਕਿਉਂਕਿ ਸੱਪ ਮਰਿਆ ਹੀ ਨਹੀਂ, ਵਿਕਾਰ ਮਰੇ ਹੀ ਨਹੀਂ, ਅਤੇ ਉਹ ਖੁੱਡ ਨੂੰ ਢਾਹ ਦਿੱਤਾ। ਵਰਮੀ ਮਾਰੀ ਸਾਪ ਨਾ ਮਰੀ, ਨਾਮ ਨਾ ਸੁਣੀ ਡੋਰਾ। ਡੋਰੇ ਦਾ ਮਤਲਬ ਹੁੰਦਾ ਹੈ ਬੋਲਾ। ਮਹਾਰਾਜ ਜੀ ਕਹਿੰਦੇ ਪਤਾ ਕਿਉਂ? ਕਿਉਂਕਿ ਇਹ ਬੋਲਾ ਸੀ, ਜਿਸ ਦੇ ਕੰਨ ਵਿੱਚ ਗੁਰੂ ਦੇ ਸ਼ਬਦ ਦਾ ਅਸਰ ਨਹੀਂ ਹੁੰਦਾ, ਜਾਂ ਗੁਰੂ ਦਾ ਸ਼ਬਦ ਨਹੀਂ ਪੈਂਦਾ, ਜਾਂ ਗੁਰੂ ਦੀ ਬਾਣੀ ਨਹੀਂ ਪੈਂਦੀ। ਗੁਰੂ ਮਹਾਰਾਜ ਜੀ ਉਹਨੂੰ ਕਹਿੰਦੇ ਨੇ ਡੋਰਾ, ਮਤਲਬ ਬੋਲਾ। ਇਸ ਕਰਕੇ ਉਹ ਮਨੁੱਖ ਕੰਨਾਂ ਦੇ ਹੁੰਦਿਆਂ ਹੋਇਆਂ ਮਹਾਰਾਜ ਜੀ ਕਹਿੰਦੇ ਸਾਰੀ ਜ਼ਿੰਦਗੀ ਬੋਲਾ ਹੀ ਰਿਹਾ, ਬੋਲਾ ਹੀ ਰਿਹਾ। ਬੋਲੇ ਮਨੁੱਖ ਨੂੰ ਕੁਝ ਵੀ ਨਹੀਂ ਸੁਣਦਾ, ਅਤੇ ਆਪਣੇ ਹੱਥਾਂ ਦੇ ਨਾਲ ਇਸ਼ਾਰੇ ਕਰਕੇ ਹੀ ਉਹ ਸਮਝਾਉਂਦਾ। ਸਾਰੀ ਜ਼ਿੰਦਗੀ ਇਸ਼ਾਰਿਆਂ ਵਿੱਚ ਗੁਜ਼ਰ ਜਾਂਦੀ ਹੈ, ਅਤੇ ਬੋਲਾ ਬੰਦਾ ਕੁਝ ਸੁਣ ਨਹੀਂ ਪਾਉਂਦਾ। ਸੋ ਮਹਾਰਾਜ ਜੀ ਕਹਿੰਦੇ ਜਿਹੜਾ ਨਾਮ ਨੂੰ ਨਹੀਂ ਸੁਣਦਾ ਉਹ ਬੋਲਾ ਸਾਰੀ ਜ਼ਿੰਦਗੀ ਉਹਦੇ ਕੰਨਾਂ ਦੇ ਵਿੱਚ ਸੱਚ ਪੈਂਦਾ ਹੀ ਨਹੀਂ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੇ।
दसां नौं की किरत करनी, मेहनत करनी, मुशक्कत करनी, जिहड़ा छड्ड दिंदा महाराज जी कहंदे उन्हों भगती की भी सार नहीं, उन्हों भगती की भी कदर नहीं हुंदी। इस पंक्ति विच मेहनत बारे लिखिया, जिहड़े लोग मेहनत करते हैं वो भगती करते हैं, जिहड़े मेहनत छड्ड दिंदे ने समझो उन्होंने भगती छड्ड दित्ती। विद्वान लोग जिहड़े ने उन्होंने लिखिया, छोटे हुंदे असीं पढ़िया सी खेतां दा साधु। एक तो साधु हुंदे ना डेरियां च रहिंदे ने, एक हुंदी सी कविता भी हुंदी सी खेतां दा साधु। मतलब जिहड़ा दसां नौं दी किरत करदा है, जिहड़ा सियालां दे विच नंगे पैरीं वट्टां ते घुमदा है, जिहड़ा हाड़ दे विच गर्म पानी दे विच पैर पाउंदा है, नके मोड़दा है, इन्नी तपस्या करदा है, महाराज जी कहंदे वो भी भगती है। मेहनत भगती है। और मेहनत जिहड़ी है वो पूरी जिहड़ी है सही होवे, ईमानदारी दे नाल होवे। ये ना होवे भी कोई कई फड़ी होवे ते दूजे दी पैली दी मिट्टी अपने विच सुੱਟ के बस राह ही छोटा कर देवे, उन्होंने फिर भगती नहीं कहते, उन्होंने हेरा फेरी कहते हैं। सो मेहनत दे विच धोखा ना होवे, मेहनत दे विच ईमानदारी होवे। ते विद्वानां ने लिखिया वो माला फड़न तो बगैर ही भगती करी जांदा पिया, वो खेतां दा साधु। ते बाबा नानक तकड़ी तोलदा तोलदा ही पातशाह वो भगती करी जा रहा है, क्योंकि वो 13-13 दे विच भी वो रब है। उन्होंने भी भगती 13-13 तोलन वाले नूं, तकड़ी तोलन वाले नूं भी भगत कह दिता, खेतां विच कर्म करन वाले नूं भगती कहता। कोई भी किसी भी फील्ड विच काम करदा है, नामा कहे तलोचना मुक्ते राम समाल, हाथ पाँव कर काम सब चीत निरंजन नाल, वो सारे ही भगती ने। मेहनत जिहड़ी है वो भगती है। मेहनत ईमानदारी दे नाल कीती जावे भगती है, अपना काम ईमानदारी नाल कीता जाए वो भगती है। सो इस करके महाराज जी कहते ये भगती जिहड़ा मनुख छड्ड दिंदा है, उन्होंने रब दी जां भगती दी कदर बारे पता नहीं लगता। कहते वो कुछ करता है नहीं, वेद शास्त्र को तर्कण लगा। कहते ऐसा मनुख जिहड़ा वो हमेशा ही ग्रंथां दे उपर तर्क करनी शुरू कर दिंदा, वेद शास्त्र को तर्कण लगा। तर्कण का मतलब उसनों निंदन लगा, ਉਹਦੇ ਤੇ ਉਂਗਲੀ ਚੁੱਕਣ ਲੱਗਾ, ਉਹਦੇ ਤੇ ਆਪਣੀ ਦਿਮਾਗ ਦੇ ਨਾਲ ਦਲੀਲ ਦੇਣ ਲੱਗਾ ਕਿ ਇਹਦੇ ਦੇ ਉੱਤੇ ਗ੍ਰੰਥਾਂ ਦੇ ਉੱਪਰ ਵੇਦ ਸ਼ਾਸਤਰ ਕੋ ਤਰਕਣ ਲੱਗਾ। ਤਤ ਯੁਗ ਨਾ ਪਛਾਨੈ, ਉਸ ਨੂੰ ਅਸਲੀਅਤ ਦਾ ਪਤਾ ਨਹੀਂ ਲੱਗਿਆ, ਜਾਂ ਅਸਲੀਅਤ ਉਹ ਸਮਝਣਾ ਨਹੀਂ ਚਾਹੁੰਦਾ, ਜਾਂ ਸਮਝੀ ਨਹੀਂ, ਤੇ ਐਵੇਂ ਹੀ ਉਹ ਬਹਿਸ ਕਰਨ ਲੱਗ ਪਿਆ। ਬਹਿਸ ਮਤਲਬ ਕਹਿੰਦੇ ਤਰਕਣ ਦਾ ਮਤਲਬ ਬਹਿਸ ਕਰਨਾ, ਬਿਨਾਂ ਵਜ੍ਹਾ ਬਹਿਸ ਕਰਨਾ। ਜਿਹੜੇ ਸਿਆਣੇ ਮਨੁੱਖ ਹੁੰਦੇ ਨੇ ਉਹ ਵਿਚਾਰ ਕਰਦੇ ਨੇ ਬੜੇ ਠਰਮੇ ਦੇ ਨਾਲ, ਬੜੀ ਸ਼ਾਂਤੀ ਦੇ ਨਾਲ। ਤੇ ਜਿਹੜੇ ਅਗਿਆਨੀ ਹੁੰਦੇ ਨੇ, ਜਿਹੜੇ ਤਰਕਣ ਬੁੱਧੀ ਵਾਲੇ ਹੁੰਦੇ ਨੇ, ਉਹ ਗੱਲ ਆਪਣੀ ਨੂੰ ਬਹਿਸ ਦੇ ਵਿੱਚ ਲੈ ਆਉਂਦੇ ਨੇ, ਬਹਿਸ ਕਰਨ ਲੱਗ ਜਾਂਦੇ ਨੇ। ਉਹਨਾਂ ਨੂੰ ਚੰਗੇ ਨਹੀਂ ਕਿਹਾ। ਮਹਾਰਾਜ ਜੀ ਕਹਿੰਦੇ ਸੰਵਾਦ ਕਰ, ਪਹਿਲਾਂ ਤੂੰ ਆਪਣਾ ਸਵਾਲ ਰੱਖ, ਫਿਰ ਉਸ ਦਾ ਉੱਤਰ ਪੂਰਾ ਸੁਣ। और वो तरीका तेरा बोलने का बहुत ही ठरमे वाला होना चाहिए, बड़ी निमरता वाला होना चाहिए। जो संवाद करता है वह तरीका बड़ा प्रभावशाली होंदा, बड़ा प्यारा होंदा। जो तर्क करता है उस दे तरीके दे विच थोड़ा हंकार जिहा लगता है, कई बार ये वध भी जाता है। तर्क करनी माड़ी गल नहीं, पर जे तर्क दे विच दूसरे नूं जलील करन दी भावना, दूसरे नूं नीवां करन दी भावना होवे ते वो तर्क भी माड़ा है। इस करके गुरबाणी का विचार संवाद ये किया जाए। गुरु साहब जी कहते हैं ऐसा मनुख जिहड़ा बेमुख है, वेद शास्त्र को तर्कण लागा, तक तत योग ना पछानै। उसनों आत्मक जीवन की सोझी नहीं मिली, उन्होंने बस बहस करना ही आया, उन्होंने सिर्फ गल्लां करनियां ही आईयां। आ नहीं चंगा, ओ नहीं चंगा, आ नहीं चंगा, ओ नहीं चंगा, ये माड़ा, आ माड़ा, उन्होंने यही चीज़ां करनियां आईयां। उन्हें कभी वो मूँह जो जड़ा माड़ा माड़ा किसी को कहता ना, वो मूँह तो तुसीं कभी सुनिया नहीं होएगा किसी को चंगा भी कहे। वो आदत बन जाती है तर्क करन दी। लै आ किवें हो सकदा, तैनूं की पता, ये तो हुंदा ही नहीं इदां।
ਉਹਨੇ ਕਿਸੇ ਨੂੰ ਵਾਰੇ ਨਹੀਂ ਆਉਣ ਦੇਣਾ। ਉਸਨੇ ਹਮੇਸ਼ਾ ਦੂਸਰੇ ਦੀ ਗੱਲ ਨੂੰ ਨਿੰਦਣਾ ਹੀ ਨਿੰਦਣਾ, ਕੱਟਣਾ ਹੀ ਕੱਟਣਾ। ਉਹਦੇ ਮੂੰਹ ਦੇ ਵਿੱਚੋਂ ਤੁਸੀਂ ਕਦੀ ਕਿਸੇ ਦੀ ਸਿਫਤ ਨਹੀਂ ਸੁਣ ਸਕਦੇ, ਕਿਉਂਕਿ ਉਹਦੀ ਆਦਤ ਬਣ ਚੁੱਕੀ ਹੁੰਦੀ ਹੈ। ਹਰੇਕ ਗੱਲ ਨੂੰ ਉਸਨੇ ਮਤਲਬ ਕੱਟਣਾ ਔਰ ਆਪਣੀ ਅਕਲ ਦੇ ਨਾਲ ਆਪਣੀ ਮਨਾਉਣੀ। ਮਹਾਰਾਜ ਜੀ ਉਹਨੂੰ ਕਹਿੰਦੇ ਨੇ, ਵੇਦ ਸ਼ਾਸਤਰ ਕੋ ਤਰਕਣ ਲੱਗਾ ਤਤ ਜੋਗ ਨਾ ਪਛਾਨੈ। ਉਹ ਬਹਿਸ ਵਿੱਚ ਹੀ ਸਾਰਾ ਜੀਵਨ ਆਪਣਾ ਬਤੀਤ ਕਰ ਦਿੰਦਾ ਹੈ। ਉਹ ਕਿਸੇ ਦੀ ਗੱਲ ਨੂੰ ਬਿਲਕੁਲ ਸੁਣਨ ਨੂੰ ਤਿਆਰ ਹੀ ਨਹੀਂ ਹੁੰਦਾ, ਅਸਲੀਅਤ ਸਮਝਣ ਨੂੰ ਤਿਆਰ ਹੀ ਨਹੀਂ ਹੁੰਦਾ। ਉਹ ਆਪਣੀ ਸੁਣਾਉਣੀ ਚਾਹੁੰਦਾ ਹੈ। ਐਸਾ ਮਨੁੱਖ, ਜਿਵੇਂ ਪਹਿਲੀ ਪੰਕਤੀ ਵਿੱਚ ਅਸੀਂ ਸਰਵਣ ਕੀਤਾ ਸੀ, ਉਹ ਹੌਕੇ ਲੈ ਲੈ ਕੇ ਇੱਕ ਦਿਨ ਰੋਂਦਾ ਹੈ। ਕਿਉਂਕਿ ਇੱਕ ਦਿਨ ਸਾਰੀ ਜ਼ਿੰਦਗੀ, ਸਾਰਿਆਂ ਦੀ ਜ਼ਿੰਦਗੀ ਵਿੱਚ ਆਉਂਦਾ ਜਦੋਂ ਕਿਸੇ ਬੰਦੇ ਨੂੰ ਪਛਤਾਵਾ ਹੁੰਦਾ, ਚਾਹੇ ਕੋਈ ਨਾਸਤਕ ਬੰਦਾ, ਚਾਹੇ ਕੋਈ ਭੈੜੇ ਤੋਂ ਭੈੜਾ ਬੰਦਾ ਵੀ ਹੈ ਨਾ। ਅਸੀਂ ਐਸੇ ਬੰਦੇ ਰੋਂਦੇ ਦੇਖੇ ਨੇ ਜਿਹੜੇ ਕਹਿੰਦੇ ਸੀ ਕੋਈ ਰੱਬ ਰੁੱਬ ਨਹੀਂ, ਕੋਈ ਇਸ ਤਰ੍ਹਾਂ ਨਹੀਂ, ਉੱਦਾਂ ਬੜਾ ਕਬੋਲ ਬੋਲਣਾ, ਬਹੁਤ ਭੈੜਾ ਬੋਲਣਾ। ਉਹ ਵੀ ਕਹਿੰਦੇ ਸਾਡੇ ਕੋਲੋਂ ਗਲਤੀ ਹੋ ਗਈ। ਕੀ ਤਤ ਜੋਗ ਨਾ ਪਛਾਨੈ। ਨਾ ਉਹਨਾਂ ਨੇ ਤਤਸਾਰ ਨੂੰ ਜਾਣਿਆ, ਨਾ ਰੱਬ ਦੇ ਪਿਆਰੇ ਨੂੰ ਪਹਿਚਾਣਿਆ, ਨਾ ਗੁਰਮੁਖ ਨੂੰ ਜਾਣਿਆ। ਸਾਰਿਆਂ ਨੂੰ ਇੱਕੋ ਹੀ ਰਸੇ ਬੰਨ੍ਹੀ ਰੱਖਿਆ ਵੀ ਸਾਰੇ ਭੈੜੇ ਹੀ ਹੁੰਦੇ ਨੇ, ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਭੈੜੇ ਨਹੀਂ ਹੁੰਦੇ। ਇਸ ਕਰਕੇ ਆਪਣੀ ਨਜ਼ਰ ਦੇ ਵਿੱਚ ਅਸੀਂ ਸਾਰਿਆਂ ਨੂੰ ਹੀ ਚੰਗੇ ਸਮਝਣਾ, ਇਹ ਬਾਣੀ ਦੇ ਵਿੱਚ ਲਿਖਿਆ ਹੋਇਆ। ਮੈਂ ਨਹੀਂ ਕਹਿੰਦਾ। ਦੇਖੋ ਦੁਨੀਆ ਦੇ ਵਿੱਚ ਕਰੋੜਾਂ ਲੋਕ ਭੈੜੇ ਹੋਣਗੇ, ਕਰੋੜਾਂ ਚੰਗੇ ਹੋਣਗੇ, ਇਹ ਹੈਗੇ ਨੇ, ਬਿਲਕੁਲ ਸਹੀ ਹੈ। ਪਰ ਬਾਣੀ ਵਿੱਚ ਲਿਖਿਆ ਭਾਵੇਂ ਹੈਗੇ ਨੇ, ਪਰ ਤੂੰ ਨਹੀਂ ਮੰਨਣਾ। ਤੂੰ ਇਹ ਕਹਿਣਾ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਫਿਰ ਮੈਂ ਤੈਨੂੰ ਤਾਰ ਦੇਵਾਂਗਾ, ਪ੍ਰਣਵਤ ਨਾਨਕ ਤਾਰੇ ਸੋਏ। ਜੇ ਤੂੰ ਕਹੇਗਾ ਵੀ ਇਹ 5 ਬੰਦੇ ਚੰਗੇ, 5 ਬੰਦੇ ਮਾੜੇ, ਤੇ ਤੂੰ ਹਲਕਾ ਪੈ ਜਾਣਾ। ਤੂੰ ਕਹਿ ਭਈ ਇਹ ਸਾਰੇ ਚੰਗੇ, ਮੈਂ ਮਾੜਾ। ਭਗਤ ਕਬੀਰ ਨੇ ਵੀ ਕਹਿ ਦਿੱਤਾ, ਤੂੰ ਕਹਦੇ ਵੀ ਕਬੀਰ ਸਭ ਦੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਦੋਂ ਕੋਈ ਕਹਿ ਦੇਵੇਗਾ ਨਾ ਵੀ ਮੈਂ ਮਾੜਾ, ਮੈਂ ਤੁਹਾਡੇ ਸਾਰਿਆਂ ਨਾਲੋਂ ਮਾੜਾ, ਉਹ ਆਪਣੀ ਗੱਲ ਹੀ ਬੰਦ ਕਰ ਦੇਗਾ। ਵੀ ਮੈਂ ਉਹ ਬਹਿਸ ਤੋਂ ਹੀ ਬਚ ਦੇਗਾ। ਭਾਈ ਤੂੰ ਜਿੱਤਿਆ, ਮੈਂ ਹਾਰਿਆ। ਜਿਹੜਾ ਕਹਿੰਦਾ ਨਾ ਵੀ ਤੂੰ ਜਿੱਤਿਆ ਮੈਂ ਹਾਰਿਆ, ਉਹ ਹਾਰਿਆ ਕਹਿ ਕੇ ਵੀ ਜਿੱਤ ਜਾਂਦਾ, ਅਤੇ ਜਿਹੜੇ ਸਾਹਮਣੇ ਵਾਲਾ ਉਹਨੂੰ ਜਿੱਤਿਆ ਕਹਿ ਕੇ ਵੀ ਉਹਨੂੰ ਹਰਾ ਜਾਂਦਾ ਹੈ। ਧਿਆਨ ਦੇਣਾ, ਜਿਹੜਾ ਕੋਈ ਸਾਡੇ ਗੱਲ ਪੈਂਦਾ, ਜਿਹੜਾ ਕੋਈ ਸਾਨੂੰ ਬੁਰਾ ਬੋਲਦਾ, ਅਤੇ ਜਿਹੜਾ ਅੱਗੇ ਨਿਮਰਤਾ ਵਾਲਾ ਬੰਦਾ ਉਹ ਜਿੱਤ ਜਾਂਦਾ ਹੈ। ਉਹ ਬੋਲ ਕੇ ਵੀ ਹਾਰ ਜਾਂਦਾ, ਉਹਨੂੰ ਅਹਿਸਾਸ ਹੁੰਦਾ ਮੈਂ ਹਾਰਿਆ। ਪਰ ਜਿਹੜਾ ਹੱਥ ਜੋੜ ਜਾਂਦਾ ਉਹ ਜਿੱਤਿਆ ਹੋਇਆ ਹੁੰਦਾ। ਲੋਕੀ ਉਹਨਾਂ ਨੂੰ ਨਮਸਕਾਰਾਂ ਅੱਜ ਕਰਦੇ ਪਏ ਨੇ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਨਾ ਠੁੱਡੇ ਮਾਰ ਕੇ ਕੁੱਟ ਕੇ ਭਾਈ ਦਾਤੂ ਜੀ ਕਹਿੰਦੇ ਚੱਲ ਨਿਕਲ ਜਾ ਇੱਥੋਂ, ਇਹ ਸਾਡਾ ਘਰ ਹੈ, ਇਹ ਮੇਰੇ ਬਾਪੂ ਦਾ ਘਰ ਹੈ, ਤੂੰ ਕਾਹਤੋਂ ਗੁਰਗੱਦੀ 'ਤੇ ਬਹਿ ਗਿਆ, ਚੱਲ ਇੱਥੋਂ ਚਲੇ ਜਾਓ। ਗੁਰੂ ਅਮਰਦਾਸ ਕੁਛ ਵੀ ਨਹੀਂ ਕਹਿੰਦੇ, ਉਹਨਾਂ ਨੂੰ ਝਿੜਕੇ ਮਾਰਦੇ ਨੇ। ਬਜ਼ੁਰਗ ਨੇ ਪਰ ਗੁਰੂ ਦੇ ਪੁੱਤਰ ਉਹਨਾਂ ਨੂੰ ਝਿੜਕੇ ਮਾਰਦੇ ਨੇ, ਉਹ ਕੁਛ ਵੀ ਨਹੀਂ ਕਹਿੰਦੇ। ਫਿਰ ਸਮਾਂ ਉਹਨਾਂ ਨੂੰ ਦਿਖਾਉਂਦਾ। ਜਿਹੜੇ ਪੈਰ ਨਾਲ ਠੁੱਡੇ ਮਾਰਦੇ ਨੇ ਨਾ, ਉਹਦੇ ਵਿੱਚ ਜਿਹੜੀ ਦਰਦ ਸ਼ੁਰੂ ਹੁੰਦੀ ਹੈ ਨਾ, ਫਿਰ ਨੱਕਾਂ ਰਗੜ ਰਗੜ ਕੇ ਮਾਫੀਆਂ ਮੰਗਦੇ ਨੇ ਵੀ ਮਰ ਚੱਲੇ ਆ, ਦੂਰ ਕਰ ਦਿਓ, ਗਲਤੀ ਹੋ ਗਈ। ਕਿੱਥੇ ਗੁਰੂ ਅਮਰਦਾਸ ਜੀ ਨੂੰ ਲੋਕ ਮੱਥੇ ਟੇਕਦੇ ਨੇ, ਅਤੇ ਜਿਹੜੇ ਠੁੱਡੇ ਮਾਰਦੇ ਨੇ ਉਹਨਾਂ ਦਾ ਹਾਲ ਬੁਰਾ ਹੁੰਦਾ। ਸੁੱਖ ਨਾ ਪਾਇਨ ਮੁਗਧ ਨਰ, ਬਾਣੀ ਵਿੱਚ ਲਿਖਿਆ ਵੀ ਉਹ ਸੁੱਖ ਨਹੀਂ ਪਾਉਂਦੇ ਮੂਰਖ ਲੋਕ। ਸੁੱਖ ਨਾ ਪਾਇਨ ਮੁਗਧ ਨਰ, ਨਰ ਦਾ ਮਤਲਬ ਬੰਦੇ, ਮੁਗਧ ਦਾ ਮਤਲਬ ਮੂਰਖ। ਸੰਤ ਨਾਲ ਖਾਂਦੇ, ਜਿਹੜੇ ਭਲੇ ਪੁਰਸ਼ਾਂ ਦੇ ਨਾਲ ਖਹਿੰਦੇ ਨੇ, ਉਹ ਸੁੱਖ ਨਹੀਂ ਪਾਉਂਦੇ। ਇਹ ਬਾਣੀ ਵਿੱਚ ਲਿਖ ਦਿੱਤਾ, ਕਿਸੇ ਦੀ ਆਪਣੀ ਗੱਲ ਨਹੀਂ ਹੈ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਇੱਦਾਂ ਦਾ ਜਿਹੜਾ ਬੰਦਾ ਹੈ ਨਾ, ਜਿਹੜਾ ਤਰਕ ਕਰਦਾ ਜਾਂ ਬਹੁਤਾ ਕਿਸੇ ਨਾਲ ਬਹਿਸ ਕਰਦਾ ਜਾਂ ਕਿਸੇ ਨੂੰ ਨੀਵਾਂ ਦਿਖਾਉਂਦਾ, ਉਹ ਹਾਰ ਜਾਂਦਾ ਅਤੇ ਉਸ ਨੂੰ ਦਰਗਾਹ ਵਿੱਚ ਜਾ ਕੇ ਵੀ ਹੌਕੇ ਲੈ ਲੈ ਕੇ ਰੋਣਾ ਪੈਂਦਾ। ਉਗਰ ਗਿਆ ਜੈਸੇ ਖੋਟਾ ਢਵਾ ਨਦਰ ਸਰਾਫਾ ਆਇਆ। ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਖੋਟਾ ਸਿੱਕਾ ਸਰਾਫਾ ਬਾਜ਼ਾਰ ਵਿੱਚ ਚਲਾ ਜਾਏ। ਦੇਖੋ ਕਿੰਨਾ ਕੁਝ ਲਿਖਿਆ ਹੁੰਦਾ, ਕਈ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਹੁੰਦੀਆਂ, ਪਰ ਬਾਣੀ ਵਿੱਚ ਦੇਖੋ ਸਰਾਫਾ ਵੀ ਲਿਖਿਆ। ਸਰਾਫਾ ਬਾਜ਼ਾਰ ਆਉਂਦਾ ਨਾ, ਅਖਬਾਰਾਂ ਦੇ ਵਿੱਚ ਆਉਂਦਾ ਸਰਾਫਾ ਬਾਜ਼ਾਰ, ਇੱਥੇ ਸਰਾਫਾ ਲਿਖਿਆ। ਸਾਨੂੰ ਕੀ ਪਤਾ ਕੀ ਪਰ ਲਿਖਿਆ। ਇਹ ਸਰਾਫੇ ਬਾਜ਼ਾਰ ਦੇ ਵਿੱਚ ਚਾਂਦੀ ਦਾ ਢਬੂਆ, ਢਬੂਆ ਮਤਲਬ ਚਾਂਦੀ ਦਾ ਰੁਪਈਆ।
जे खोटा कोई सिक्का रुपया सराफा बाजार में चला जाए तो सराफ उन्होंने पहचान लेंदे ने। मतलब व्यापारी लोग नोटां नूं सिक्कियां नूं खोटियां नूं खरियां नूं पछाण लेंदे ने कि उन्हां दा रोज़ दा काम है। उगर गया, उगर दा मतलब भी प्रगट हो गया। जदों महाराज जी कहंदे किसी सराफ की नज़र पै जाए खोटे सिक्के तो उन्होंने पहचान लैंदा ते जिहड़ा खोटा मनुख है उन्होंने भी गुरु जिहड़ा है वो सराफ है, सराफा है, तो वह भी उन्होंने पहचान लैंदा ते खोटे खरे परखियन ते सच्चे के दरबारा राम उन्होंने परख लैंदा, खरियां नूं कोल रख दिंदा ते खोटियां नूं गुरु परे कर दिंदा। चुन वक कड्डे जंजवालिया, जिवें दाल दे विचों रोड़ चुक के बाहर रख दईदे ने, ऐदां बाणी विच लिखिया चुन चुन के वक कड्डे, उन्होंने वक कर दिता जाता। ये कम दे नहीं, खोटे कम दे नहीं। जिवें साडे कोल खोटा सिक्का होवे उन्होंने बाहर रख दिंदे आ, हुण दसियां पंजियां भी असीं बाहर कढ के रख दिंदे आ गोलक चों, ये कम दियां नहीं। तो जिहड़ा खोटा सिक्का गुरु किवें रखेगा भी उसनूं? जिहड़ा खोटा इंसान है, खोटा बंदा है, उसनूं गुरु कभी भी जो मर्जी वो कर ले, गुरु उसनूं बाहर कढ दिंदा अपने घर चों। ये बाणी विच लिखिया होया है। अंतरजामी सब किसी जाने उसते कहाँ छुपाया। वो परमात्मा अंतरजामी, वो तो कौन की छुपा सकता है। कूड़ कपट बंच निमणी आदा बिनस गया तत्काले। मनुख इस जगत में 4 दिन की जिंदगी बतीत करने लई आया तो महाराज जी कहते माया के मोह में ठगी फरेब करके अपना जीवन लुटा के अपनी आत्मक मौते मर जाता है। कूड़ कपट बंच निमणी आदा बिनस गया तत्काल है। जिमें विष खाधी तत्काल मर जाए, जिमें कोई जहर खा लवे तो एकदम मर जाता। विष खाधी मतलब विष खाधा तत्काल मर जाए, एकदम मुँह मर गया। इस तरह महाराज जी कहते हैं जो झूठ माया तो फरेब की दुनिया के ये चीज़ां करता वो भी उसकी आत्मक मौत बहुत छेती हो जाती है। वो अंदरों टुट जाता एकदम, ध्यान देना, वो अंदरों जीरो हो जाता है मनुख। सो इस करके सत 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 नानक कहया अपने हिरदे देख संभाले। आखिरी पंक्ति विच गुरु अर्जन देव जी कहते हैं भी ये गल यकीनी है तो सच है। सत सत नानक कहया, असी सच कहते हाँ। अपने हिरदे देख संभाले, उस मालक नूं अपने हिरदे विच वसा के अपने अंदरों ही देख, अंदरों ही प्रगट कर, यही तेरी जीवन का मनोरथ है। सो ये सी अज दे लड़ीवार शब्द दी विचार जो गुरु साहब ने बड़ी कृपा करके सेवा लई है। महाराज जी इसका भावार्थ साडे हिरदे विच वसाउणा ते सब दा भला करना, सब नूं तंदरुस्तियां खुशियां, देश प्रदेश बच्चियां नूं चढ़दियां कलां बरताओ और सब दियां झोलियां खुशियां नाल भरो, शुभ भावनावां पूरियां करो। अपनी सेवा संभाल भजन बंदगी ते नाम नाल जोड़ी रखो। सच बोलण दी ताकत बख्शदे रहना महाराज। वाहिगुरू जी का खालसा, वाहिगुरू जी की फतेह।